ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 533 ਤੋਂ ਲੈ ਕੇ 535 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਦੇਵ ਗੰਧਾਰੀ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜਿਉ ਪਾਏ, ਛੋੜ ਨ ਜਾਈ ਸਦ ਹੀ ਸੰਗੇ। ਅਨ ਦਿਨ ਗੁਰ ਮਿਲ ਗਾਏ ਰਹਾਓ। ਮੀਤਾ ਐਸੇ ਹਰ ਜਿਉ ਪਾਏ, ਛੋੜ ਨ ਜਾਈ ਸਦ ਹੀ ਸੰਗੇ। ਅਨ ਦਿਨ ਗੁਰ ਮਿਲ ਗਾਏ ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਮਿੱਤਰ, ਮੈਂ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਪਾ ਲਿਆ, ਇਸ ਤਰ੍ਹਾਂ ਦੇ ਪ੍ਰਭੂ ਨੂੰ ਪਾ ਲਿਆ ਜੋ ਮੈਨੂੰ ਕਦੇ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ, ਮੇਰੇ ਸਦਾ ਹੀ ਅੰਗ ਸੰਗ ਰਹਿੰਦਾ। ਅਤੇ ਮੈਂ ਹਰ ਵਕਤ ਹਰ ਰੋਜ਼ ਗੁਰੂ ਦੀ ਸੰਗਤ ਵਿੱਚ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹਾਂ। ਮਿਲਿਓ ਮਨੋਹਰ ਸਰਬ ਸੁਖੈ ਨਾ, ਤਿਆਗ ਨ ਕਤਹੂੰ ਜਾਏ। ਅਨੇਕ ਅਨੇਕ ਭਾਤ ਬਹੁ ਪੇਖੇ, ਪ੍ਰਿਯ ਰੋਮ ਨਾ ਸਮਸਰ ਲਾਏ। ਕਹਿੰਦੇ ਮਨ ਨੂੰ ਮੋਹ ਲੈਣ ਵਾਲਾ, ਸਾਰੇ ਸੁੱਖ ਦੇਣ ਵਾਲਾ ਉਹ ਪਰਮੇਸ਼ਰ ਮੈਨੂੰ ਛੱਡ ਕੇ ਹੁਣ ਕਿਤੇ ਨਹੀਂ ਜਾਂਦਾ। ਕਹਿੰਦੇ ਮੈਂ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਭਾਤਾਂ ਦੀ ਦੁਨੀਆ ਦੇਖੀ ਆ, ਲੋਕ ਦੇਖੇ ਨੇ ਸੰਸਾਰ ਵਿੱਚ, ਪਰ ਕਹਿੰਦੇ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਨਹੀਂ ਕੋਈ। ਮੰਦਰ ਭਾਗ ਸੋਭ ਦੁਆਰੈ, ਅਨਹਤ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਿਯ ਥੀਤੇ ਸਦ ਥਾਏ। ਕਹਿੰਦੇ ਨਾਨਕ ਜੀ, ਕਹਿੰਦੇ ਜਿਸ ਜੀਵ ਦੇ ਅੰਦਰ ਪਰਮੇਸ਼ਰ ਪ੍ਰਤੱਖ ਪ੍ਰਗਟ ਹੋ ਗਏ, ਉਹਦਾ ਕਹਿੰਦੇ ਹਿਰਦਾ ਰੂਪੀ ਜਿਹੜਾ ਮੰਦਰ ਆ ਉਹ ਬਹੁਤ ਸੋਹਣਾ ਬਣ ਗਿਆ। ਉੱਥੇ ਕਹਿੰਦੇ ਹਰ ਵਕਤ ਜਿਸ ਤਰ੍ਹਾਂ ਨਿਰੰਤਰ ਝਿਮ ਝਿਮ ਕਰਕੇ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਉਸ ਜੀਵ ਦੇ ਅੰਦਰ ਚੱਲਦਾ ਰਹਿੰਦਾ। ਇਸ ਤਰ੍ਹਾਂ ਦਾ ਕਹਿੰਦੇ ਉੱਥੇ ਅਨਹਤ ਰੁਣ ਚੁਣ ਲਾਏ, ਵੀ ਜਿਸ ਤਰ੍ਹਾਂ ਉੱਥੇ ਇੱਕ ਸਾਰ ਬਾਣੀ, ਸ਼ਬਦ, ਜਾਪ ਹੁੰਦਾ ਰਹਿੰਦਾ ਉਸ ਹਿਰਦੇ ਵਿੱਚ ਜਿੱਥੇ ਪਰਮੇਸ਼ਰ ਪ੍ਰਤੱਖ ਹੋ ਗਏ ਨੇ। ਉਹ ਬੜਾ ਸੋਭਾ ਦੇਣ ਵਾਲਾ ਦੁਆਰਾ ਬਣ ਜਾਂਦਾ। ਉਹ ਹਿਰਦਾ ਬੜੀ ਸੋਭਾ ਖੱਟਦਾ, ਬੜਾ ਸੋਹਣਾ ਬਣ ਜਾਂਦਾ। ਦੇਵ ਗੰਧਾਰੀ ਪੰਜਵਾਂ। ਦਰਸ਼ਨ ਨਾਮ ਕਉ ਮਨ ਆਛੈ, ਭ੍ਰਮ ਆਇਓ ਹੈ ਸਗਲ ਥਾਨ ਤੇ, ਆਹੇ ਪਰਿਓ ਸੰਤ ਪਾਛੈ ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਕਹਿੰਦੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਅਤੇ ਪਰਮੇਸ਼ਰ ਦੇ ਨਾਮ ਲਈ ਤਾਂਘਦਾ ਹੈ। ਕਹਿੰਦੇ ਮੈਂ ਕਹਿੰਦੇ ਸਾਰੀਆਂ ਜਗ੍ਹਾ ਹੋਰ ਤੱਕ ਲਈਆਂ, ਭਟਕ ਭਟਕ ਕਹਿੰਦੇ ਹੁਣ ਮੈਂ ਕਹਿੰਦੇ ਜਦੋਂ ਅਸਲੀ ਜਗ੍ਹਾ 'ਤੇ ਪਹੁੰਚਿਆ, ਉਹ ਹੈ ਪਰਮੇਸ਼ਰ ਦੇ ਸੰਤ ਗੁਰੂ। ਕਹਿੰਦੇ ਮੈਂ ਹੁਣ ਉਹਨਾਂ ਦੀ ਸ਼ਰਨ ਆਇਆ ਕਿਉਂਕਿ ਮੈਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਅਤੇ ਨਾਮ ਦੀ ਤਾਂਘ ਆ। ਕਿਸ ਹੋ ਸੇਵੀ ਕਿਸ ਆਰਾਧੀ, ਜੋ ਦਿਸਟੈ ਸੋ ਗਾਛੈ। ਕਹਿੰਦੇ ਸੰਸਾਰ ਵਿੱਚ ਸਭ ਕੁਛ ਖਤਮ ਹੋਣ ਵਾਲਾ ਹੈ, ਨਾਸ਼ਵਾਨ ਹੈ। ਇੱਕ ਪਰਮੇਸ਼ਰ ਨੂੰ ਛੱਡ ਕੇ ਫਿਰ ਮੈਂ ਕਹਿੰਦੇ ਕਿਹਦੀ ਸੇਵਾ ਕਰਾਂ ਅਤੇ ਕਿਹਦੀ ਆਰਾਧਨਾ ਕਰਾਂ, ਅਤੇ ਫਿਰ ਪਰਮੇਸ਼ਰ ਦੀ ਹੀ ਕਰਾਂ ਨਾ, ਬਾਕੀ ਤਾਂ ਸਭ ਕੁਛ ਨਾਸ਼ਵਾਨ ਹੈ। ਸਾਧ ਸੰਗਤ ਕੀ ਸਰਨੀ ਪਰੀਐ, ਚਰਨ ਰੇਨ ਮਨ ਬਾਛੈ।
जुगत न जाना गुण नहीं कोई, महादुतर माया छै। आए पयो नानक गुर चरनी, तो उतरी सगल दुराछै। ਕਹਿੰਦੇ ਫਿਰ ਮੈਂ ਹੁਣ ਸਾਧ ਸੰਗਤ ਦੀ ਸ਼ਰਨ 'ਚ ਆਇਆ। ਕਹਿੰਦੇ ਉੱਥੇ ਮੈਂ ਆਪਣੇ ਗੁਰੂ ਦੀ ਚਰਨ ਧੂੜ ਮੰਗਦਾ ਹਾਂ। ਕਹਿੰਦੇ ਮੈਨੂੰ ਕੋਈ ਜੁਗਤ ਨਹੀਂ ਆਉਂਦੀ, ਕੋਈ ਮੇਰੇ 'ਚ ਗੁਣ ਨਹੀਂ ਹੈ। ਜਿਹੜਾ ਇਹ ਮਾਇਆ ਦਾ ਕਹਿੰਦੇ ਭਵਜਲ ਹੈ ਬੜਾ ਭਿਆਨਕ ਹੈ। ਕਹਿੰਦੇ ਕਿਵੇਂ ਤਰਿਆ ਜਾ ਸਕਦਾ। ਫਿਰ ਨਾਨਕ ਜੀ ਕਹਿੰਦੇ ਨੇ ਹੁਣ ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਆ ਗਿਆ ਤਾਂ ਮੇਰੀ ਕਹਿੰਦੇ ਸਾਰੀਆਂ ਮੰਦ ਭਾਵਨਾਵਾਂ, ਮੰਦ ਇੱਛਾ ਸਭ ਕੁਝ ਖਤਮ ਹੋ ਗਿਆ। ਗੁਰੂ ਦੀ ਸ਼ਰਨ ਆਇਆ, ਮੇਰੇ ਹਿਰਦੇ ਨੂੰ ਸ਼ਾਂਤੀ ਹੋਈ ਆ। ਦੇਵ ਗੰਧਾਰੀ ਪੰਜਵਾਂ, ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭੂ ਮਦ ਨਿਰਾਰੇ। ਕਹਿੰਦੇ ਹੇ ਪਰਮੇਸ਼ਰ ਜੀ, ਤੁਹਾਡੇ ਬਚਨ ਅੰਮ੍ਰਿਤ ਰੂਪੀ ਨੇ। ਅੰਮ੍ਰਿਤ ਦਾ ਜਲ ਕਹਿੰਦੇ ਤੁਹਾਡੇ ਬਚਨਾਂ 'ਚੋਂ ਸਾਨੂੰ ਮਿਲ ਰਿਹਾ। ਕਹਿੰਦੇ ਸਭ ਤੋਂ ਸੁੰਦਰ, ਮਨ ਨੂੰ ਮੋਹਣ ਵਾਲੇ ਮੇਰੇ ਪਿਆਰੇ ਪ੍ਰੀਤਮ ਜੀ, ਤੁਸੀਂ ਸਾਰਿਆਂ ਦੇ ਅੰਦਰ ਵੀ ਹੋ, ਬਾਹਰ ਵੀ ਹੋ ਅਤੇ ਸਾਰਿਆਂ ਤੋਂ ਨਿਰਲੇਪ ਵੀ ਹੋ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਜ ਨ ਚਾਹੂੰ ਮੁਕਤ ਨ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਮੈਨੂੰ ਨਾ ਰਾਜ ਚਾਹੀਦਾ, ਨਾ ਮੁਕਤੀ ਚਾਹੀਦੀ ਆ। ਮੈਨੂੰ ਸਿਰਫ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਰਹੇ, ਬਸ ਮੈਨੂੰ ਇਹ ਚਾਹੀਦੀ ਆ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਮੋਹਿ ਠਾਕੁਰ ਹੀ ਦਰਸਾਰੇ। ਕਹਿੰਦੇ ਬਹੁਤ ਦੁਨੀਆ ਤਾਂ ਬ੍ਰਹਮਾ ਮਹੇਸ਼ ਹੋਰ ਸਿੱਧ ਮੁਨੀਆਂ ਦੇ ਇੰਦਰ ਦੇ ਦਰਸ਼ਨ ਕਰਨੀ ਚਾਹੁੰਦੀ ਹੋਣੀ ਆ। ਕਹਿੰਦੇ ਪਰ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੀ ਚਾਹੀਦੇ ਨੇ। ਦੀਨ ਦੁਆਰੈ ਆਇਓ ਠਾਕੁਰ, ਸਰਨ ਪਰਿਓ ਸੰਤ ਹਾਰੇ। ਕਹਿੰਦੇ ਹੁਣ ਮੈਂ ਸਾਰੀ ਦੁਨੀਆ 'ਚ ਭਟਕ ਭਟਕ ਕੇ ਹਾਰ ਕੇ ਕਹਿੰਦੇ ਪਰਮੇਸ਼ਰ ਜੀ ਤੁਹਾਡੇ ਸੰਤਾਂ ਦੀ ਸ਼ਰਨ 'ਚ ਆਇਆ। ਹੇ ਕਹਿੰਦੇ ਦੀਨ ਦੁਆਰੇ, ਕਹਿੰਦੇ ਹੇ ਦੀਨਾਂ ਦੇ ਕਹਿੰਦੇ ਦੀਨਾਂ ਨੂੰ ਦੁਆਰ ਦਿਖਾਉਣ ਵਾਲੇ, ਕਹਿੰਦੇ ਠਾਕੁਰ ਜੀ ਹੁਣ ਮੈਂ ਤੁਹਾਡੇ ਸੰਤਾਂ ਦੀ ਸ਼ਰਨ 'ਚ ਆ ਗਿਆ। ਕਹੋ ਨਾਨਕ ਪ੍ਰਭ ਮਿਲੇ ਮਨੋਹਰ, ਮਨ ਸੀਤਲ ਬਿਗਸਾਰੇ। ਫਿਰ ਕਹਿੰਦੇ ਸੰਤਾਂ ਦੀ ਸ਼ਰਨ ਆ ਕੇ ਨਾਨਕ ਜੀ ਕਹਿੰਦੇ ਮੈਨੂੰ ਉਹ ਪਰਮੇਸ਼ਰ ਮਿਲ ਗਏ ਨੇ ਜੋ ਮਨੋਹਰ ਨੇ, ਮਨ ਨੂੰ ਮੋਹ ਲੈਣ ਵਾਲੇ ਨੇ। ਹੁਣ ਮੇਰਾ ਮਨ ਸੀਤਲ ਸ਼ਾਂਤ ਹੋ ਗਿਆ, ਮੇਰਾ ਹਿਰਦਾ ਖਿੜ ਗਿਆ। ਦੇਵ ਗੰਧਾਰੀ ਮਹੱਲਾ ਪੰਜਵਾਂ, ਹਰ ਜਪ ਸੇਵਕ ਪਾਰ ਉਤਾਰਿਓ, ਦੀਨ ਦਿਆਲ ਭਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ। ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਦੋਂ ਕਹਿੰਦੇ ਸੇਵਕ ਨੇ ਪਰਮੇਸ਼ਰ ਦਾ ਨਾਮ ਜਪਿਆ ਤਾਂ ਉਸ ਪਰਮੇਸ਼ਰ ਨੇ ਕਹਿੰਦੇ ਜੋ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਦਿਆਲੂ ਹੋ ਗਿਆ ਪਰਮਾਤਮਾ। ਕਹਿੰਦੇ ਆਪਣੇ ਸੇਵਕ ਨੂੰ ਇਸ ਸੰਸਾਰ ਦੇ ਭਵਜਲ ਤੋਂ ਪਾਰ ਉਤਾਰ ਦਿੱਤਾ। ਹੁਣ ਉਹਦਾ ਆਵਾਗਮਨ ਘੱਟ ਹੋ ਗਿਆ। ਹੁਣ ਉਹਨੂੰ ਦੁਬਾਰਾ ਜਨਮ ਨਹੀਂ ਲੈਣ ਦੀ ਲੋੜ ਹੈ, ਉਹਦਾ ਦੁਬਾਰਾ ਜਨਮ ਨਹੀਂ ਹੋਏਗਾ ਹੁਣ। ਹਾਂਜੀ ਸੰਗਤ ਜੀ, ਜਿਸ ਤਰ੍ਹਾਂ ਬਹੁਤ ਵਾਰ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ ਅਤੇ ਕਈ ਦਫਾ ਆਪਾਂ ਇਸ ਤਰ੍ਹਾਂ ਹੁੰਦਾ ਕਿ ਹੋਰ ਵਿਚਾਰ ਘੱਟ ਰੱਖਦੇ ਹਾਂ ਕਿ ਆਪਾਂ ਬਾਣੀ ਦੀ ਵਿਚਾਰ ਨਾਲ ਚੱਲਦੇ ਚੱਲੀਏ, ਅਤੇ ਕਈ ਦਫਾ ਹੁੰਦਾ ਕਿ ਕਿਤੇ ਕਦੇ ਚਲੋ ਆਪਾਂ ਥੋੜ੍ਹਾ ਜਿਹਾ ਇਹਨੂੰ ਹੋਰ ਜਿਹੜੀ ਜੀਵਨ ਦੀ ਅਸਲੀਅਤ ਆ ਇੱਕ ਅੱਧੀ ਲਾਈਨ ਦੇ ਵਿੱਚ ਉਹਦੀ ਵੀ ਗੱਲ ਕਰ ਲਈਏ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਇਹੀ ਦੱਸਦੀ ਆ ਕਿ ਜਿਹੜਾ ਸਾਡਾ ਇਹ ਮਨੁੱਖਾ ਜੀਵਨ ਆ ਇਹਦਾ ਇੱਕ ਮਕਸਦ ਆ। ਇੱਕ ਮਕਸਦ ਕੀ ਆ? ਪਰਮੇਸ਼ਰ ਵਿੱਚ ਲੀਨ ਹੋ ਜਾਣਾ। ਉਹ ਇਹ ਹੈ ਕਿ ਜਿਹੜਾ ਵਿਅਕਤੀ ਜੀਂਦਿਆਂ ਜੀ ਜੀਵਨ ਮੁਕਤ ਹੋ ਗਿਆ ਉਹੀ ਪਰਮੇਸ਼ਰ ਵਿੱਚ ਲੀਨ ਹੁੰਦਾ। ਜੋ ਜੀਂਦਿਆਂ ਜੀ ਜੀਵਨ ਮੁਕਤ ਨਹੀਂ ਹੋ ਸਕਿਆ ਨਾ, ਉਹ ਪਰਮੇਸ਼ਰ ਵਿੱਚ ਲੀਨ ਨਹੀਂ ਹੋ ਸਕੇਗਾ। ਇੱਕ ਜਗ੍ਹਾ 'ਤੇ ਇੱਕ ਭਗਤ ਸਾਹਿਬਾਨ ਨੇ ਕਿਹਾ ਕਿ ਮੁਕਤੀ ਤੇ ਜੀਂਦਿਆਂ ਜੀ ਆ, ਮਰ ਕੇ ਨਹੀਂ ਮੁਕਤੀ ਹੈ।
ਜਿਹਨੂੰ ਜੀਂਦਿਆਂ ਜੀ ਮੁਕਤੀ ਨਹੀਂ ਮਿਲੀ ਉਹਨੂੰ ਮਰ ਕੇ ਮੁਕਤੀ ਨਹੀਂ ਮਿਲਣੀ, ਉਹਦਾ ਫਿਰ ਦੁਬਾਰਾ ਜਨਮ ਹੈ। ਜਿਸ ਤਰ੍ਹਾਂ ਹੁਣ ਤੱਕ ਆਪਾਂ ਕਈ ਦਫਾ ਸ਼ਾਇਦ ਇਹ ਗੱਲ ਕੀਤੀ ਵੀ ਆ, ਜਿਹੜਾ ਪਰਮੇਸ਼ਰ ਦੀ ਇਹ ਖੇਡ ਆ, ਜਿਹੜੀ ਸਾਡਾ ਜੀਵਨ ਆ, ਸੰਸਾਰ ਦਾ ਜਿਹੜੀ ਰਚਨਾ, ਇਹ ਪਰਮੇਸ਼ਰ ਦੀ ਖੇਡ ਆ, ਉਹਦਾ ਜਗਤ ਤਮਾਸ਼ਾ। ਅਤੇ ਸਾਨੂੰ ਭਗਤ ਸਾਹਿਬਾਨ, ਗੁਰੂ ਸਾਹਿਬਾਨ ਦੱਸ ਰਹੇ ਨੇ ਕਿ ਜਿਹੜਾ ਪਰਮੇਸ਼ਰ ਵਿੱਚ ਹੁਣ ਇਹ ਸਾਰਾ ਜਗਤ ਆ ਪਸਾਰਾ, ਜਿਸ ਜਿਸ ਜੀਵ ਨੇ ਪਰਮੇਸ਼ਰ ਵਿੱਚ ਲੀਨ ਹੋਈ ਜਾਣਾ, ਉਸ ਜੀਵ ਨੂੰ ਫਿਰ ਇਹ ਆਵਾਗਮਨ ਦਾ ਚੱਕਰ ਨਹੀਂ ਹੈ। ਜਿਸ ਤਰ੍ਹਾਂ ਹੁਣ ਮੰਨ ਲਓ ਕਿ ਦਾਸੀ ਹੈਗੀ, ਮੈਂ ਹੈਗੀ ਹਾਂ, ਮੈਂ ਪਰਮੇਸ਼ਰ ਦੇ ਵਿੱਚ ਮੇਰੀ ਸਮਾਈ ਨਹੀਂ ਹੋਈ ਇਸ ਜੀਵਨ ਦੇ ਵਿੱਚ। ਹੁਣ ਮੇਰੇ ਕਰਮਾਂ ਦੇ ਅਨੁਸਾਰ ਮੈਨੂੰ ਅਗਲਾ ਜੀਵਨ ਮਿਲਣਾ, ਫਿਰ ਉਹ ਇਹ ਨਹੀਂ ਕਿ ਮੈਨੂੰ ਮਨੁੱਖਾ ਜੀਵਨ ਹੀ ਮਿਲਣਾ, ਉਹ ਮੇਰੇ ਕਰਮ ਕਿਵੇਂ ਨੇ ਉਸ ਹਿਸਾਬ ਨਾਲ ਮੈਨੂੰ ਪਰਖਿਆ ਜਾਣਾ ਪਰਮੇਸ਼ਰ ਦੀ ਦਰਗਾਹ ਵਿੱਚ, ਅਤੇ ਉਹਦੇ ਅਨੁਸਾਰ ਫਿਰ ਮੇਰਾ ਅਗਲਾ ਜੀਵਨ ਆ। ਕੁਛ ਵੀ ਮਿਲ ਸਕਦਾ, ਕੋਈ ਵੀ ਜਾਨਵਰ ਦਾ ਹੋ ਸਕਦਾ ਇੰਨਾ ਮਾੜਾ ਹੋ ਜੇ ਕਿ ਬਨਸਪਤੀ ਨਾ ਬਣ ਜਾਵਾਂ ਮੁੜ ਕੇ। ਸ਼ੁਰੂ ਤੋਂ ਪਹਿਲਾਂ ਦੱਸਿਆ ਨਾ ਕਿ ਪਹਿਲਾਂ ਪੱਥਰ, ਫਿਰ ਬਨਸਪਤੀ, ਫਿਰ ਜਿੱਦਾਂ ਇਹ ਮਤਲਬ ਪਸ਼ੂ ਦਾ, ਉਹ ਤੋਂ ਬਾਅਦ ਫਿਰ ਇਹ ਮਨੁੱਖਾ ਜੀਵਨ। ਇਹ ਪਤਾ ਨਹੀਂ ਵੀ ਮਤਲਬ ਕਿੰਨੇ ਮਾੜੇ ਕਰਮ ਨੇ ਕਿ ਕਿੱਥੇ ਪਹੁੰਚ ਜਾਣਾ। ਇਹ ਨਹੀਂ ਗਾ ਕਿ ਹੁਣ ਇਸ ਵਾਰ ਮਨੁੱਖਾ ਜਨਮ ਮਿਲਿਆ ਤਾਂ ਅਗਲੀ ਵਾਰ ਹੀ ਮਨੁੱਖਾ ਜਨਮ ਆ। ਅਤੇ ਉਹ ਆਵਾਗਮਨ ਤੋਂ ਉਹ ਜੀਵ ਛੁੱਟਦਾ ਜਿਹਨੇ ਜੀਵਨ ਦੇ ਵਿੱਚ ਹੀ ਮੁਕਤੀ ਪਾ ਲਈ ਵਿਕਾਰਾਂ ਤੋਂ, ਮਾਇਆ ਤੋਂ, ਪਰਮੇਸ਼ਰ ਦਾ ਨਾਮ ਜਪ ਕੇ। ਉਹਦਾ ਫਿਰ ਆਵਾਗਮਨ ਦਾ ਚੱਕਰ ਕੱਟ ਹੋ ਗਿਆ, ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਜੀਵ, ਉਹ ਆਤਮਾ ਪਰਮੇਸ਼ਰ 'ਚ ਲੀਨ ਹੋ ਗਈ, ਉਹ ਆਤਮਾ ਪਰਮਾਤਮਾ ਦੇ ਵਿੱਚ ਫਿਰ ਸਮਾ ਗਈ ਆ, ਕਿਉਂਕਿ ਪਰਮਾਤਮਾ ਦੀ ਅੰਸ਼ ਆ। ਜੇ ਨਹੀਂ ਮਤਲਬ ਇਹ ਸਾਡਾ ਜਿਹੜਾ ਕਾਰਜ ਪੂਰਾ ਹੋਇਆ, ਨਾਮ ਦੀ ਕਮਾਈ ਨਹੀਂ ਹੋਈ, ਪਰਮੇਸ਼ਰ ਦੀ ਰਹਿਮਤ ਨਹੀਂ ਹੋਈ, ਜੀਂਦਿਆਂ ਜੀਵਨ ਮੁਕਤ ਨਹੀਂ ਹੋਏ, ਫਿਰ ਆਵਾਗਮਨ ਹੈ। ਅਤੇ ਉਹ ਫਿਰ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਪਹਿਲੇ ਮਨੁੱਖਾ ਜਨਮ ਦੇ ਵਿੱਚ 80% ਪਹੁੰਚ ਗਏ ਸੀ, ਬਾਕੀ ਫਿਰ ਦੂਜਾ ਜਨਮ ਮਿਲਿਆ, ਫਿਰ 20% ਜਿਹੜਾ ਰਹਿ ਗਿਆ ਸੀ, ਫਿਰ ਦੂਜੇ ਜਨਮ 'ਚ ਉਹਨਾਂ ਨੂੰ ਪਰਮੇਸ਼ਰ 'ਚ ਲੀਨਤਾ ਹੋਈ। ਇਸ ਤਰ੍ਹਾਂ ਹੀ ਹੁਣ ਆਪਾਂ ਨੂੰ ਭਗਤ ਸਾਹਿਬਾਨ, ਗੁਰੂ ਸਾਹਿਬਾਨ ਬਾਰ-ਬਾਰ ਇਹੀ ਤਾਕੀਦ ਕਰਦੇ ਨੇ ਕਿ ਉਹਦਾ ਨਾਮ ਜਪੀਏ, ਉਹਦਾ ਨਾਮ ਜਪੀਏ, ਉਹਦੀ ਰਹਿਮਤ ਦੇ ਪਾਤਰ ਬਣਨ ਦੀ ਕਤਾਰ ਵਿੱਚ ਖੜ ਸਕੀਏ। ਨਹੀਂ ਤਾਂ ਫਿਰ ਇਹ ਚੱਲਦੀ ਰਹਿਣੀ ਆ ਜਿਹੜੀ ਇਹ 84 ਲੱਖ ਦੀ ਜੂਨੀ ਆ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਗੁਰਬਾਣੀ 'ਚ ਲਿਖਿਆ 42 ਲੱਖ ਜੂਨ ਪਾਣੀ ਤੋਂ ਬਾਹਰ ਆ, 42 ਲੱਖ ਜੂਨ ਪਾਣੀ ਦੇ ਵਿੱਚ ਆ, ਇਹ 84 ਦਾ ਚੱਕਰ ਚੱਲਦਾ ਹੀ ਰਹਿਣਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਹਰ ਜਪ ਸੇਵਕ ਪਾਰ ਉਤਾਰਿਓ, ਦੀਨ ਦਿਆਲ ਭਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ। ਰਹਾਓ। ਜਿਸ ਸੇਵਕ ਨੇ ਕਹਿੰਦੇ ਉਹਦਾ ਨਾਮ ਜਪ ਕੇ ਜੀਵਨ ਮੁਕਤ ਕਰ ਲਿਆ, ਇਹ ਸੰਸਾਰ ਸਾਗਰ ਤੋਂ ਤਰ ਲਿਆ, ਅਤੇ ਫਿਰ ਪਰਮੇਸ਼ਰ ਨੇ ਉਹਦਾ ਜਨਮਾਂ ਦਾ ਚੱਕਰ ਖਤਮ ਕਰ ਦਿੱਤਾ। ਸਾਧ ਸੰਗਮ ਗੁਣ ਗਾਵੋ ਹਰ ਕੇ, ਰਤਨ ਜਨਮ ਨਹੀਂ ਹਾਰਿਓ। ਉਹੀ ਜਿਹੜੀ ਹੁਣ ਆਪਾਂ ਵਿਚਾਰ ਕੀਤੀ ਆ ਗਈ ਨਾ, ਕਿ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਗੁਣ ਗਾਏ ਨੇ ਪਰਮੇਸ਼ਰ ਦੇ, ਤਾਂ ਜਿਹੜਾ ਇਹ ਮਨੁੱਖਾ ਜਨਮ ਆ ਇਹਦੀ ਬਾਜੀ ਹਾਰੀ ਨਹੀਂ, ਇਹਨੂੰ ਜਿੱਤ ਲਿਆ, ਜੀਵਨ ਮੁਕਤ ਹੋ ਗਏ, ਆਵਾਗਮਨ ਖਤਮ ਹੋ ਗਿਆ। ਪ੍ਰਭ ਗੁਣ ਗਾਏ ਬਿਖੈ ਬਨ ਤਰਿਆ, ਕੁੱਲੈ ਸਮੂਹ ਉਧਾਰਿਓ। ਜਿਹਨੇ ਕਹਿੰਦੇ ਪਰਮਾਤਮਾ ਦੇ ਗੁਣ ਗਾ ਕੇ ਇਸ ਸੰਸਾਰ ਸਾਗਰ ਦੇ ਵਿਕਾਰਾਂ ਦੇ ਬਣ ਨੂੰ ਕਹਿੰਦੇ ਤਰ ਲਿਆ, ਉਹਨੇ ਆਪਣੀਆਂ ਕੁੱਲਾਂ ਨੂੰ ਵੀ ਨਾਲ ਤਾਰ ਲਿਆ, ਕਿ ਸੰਗੀ ਸਾਥੀ ਵੀ ਨਾਲ ਤਰ ਗਏ। ਚਰਨ ਕਮਲ ਬਸਿਆ ਰਿਦ ਪੀਤਰ, ਸਾਸ ਗਿਰਾਸ ਉਚਾਰਿਓ। ਨਾਨਕ ਓਟ ਗਹੀ ਜਗਦੀਸਰ, ਪੁਨੈ ਪੁਨੈ ਬਲਿਹਾਰਿਓ। ਜਿਸ ਜੀਵ ਦੇ ਕਹਿੰਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਚਰਨ ਕਮਲ ਬਸ ਗਏ, ਉਹਨੇ ਕਹਿੰਦੇ ਹਰ ਇੱਕ ਸਾਸ ਦੇ ਨਾਲ, ਹਰ ਇੱਕ ਗਿਰਾਸ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੀ ਸ਼ਰਨ ਤੱਕ ਲਈ ਹੈ, ਕਹਿੰਦੇ ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਹਾਂ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਰਤ ਫਿਰੇ ਬਨ ਭੇਖ ਮੋਹਨ, ਰਹਿਤ ਨਿਰਾਰ। ਰਹਾਓ।
ਕਹਿੰਦੇ ਜੰਗਲਾਂ ਦੇ ਵਿੱਚ ਬੜੇ ਭੇਖੀ ਬਣੇ ਫਿਰਦੇ ਨੇ, ਸਾਧੂ ਨੇ ਜਾਂ ਕੋਈ ਰਿਸ਼ੀ ਮੁਨੀ ਨੇ, ਕੋਈ ਵੀ ਜੀਵ ਜਿਹੜੇ ਕਹਿੰਦੇ ਸਿਰਫ ਭੇਖ ਉਹਨਾਂ ਨੇ ਧਰਮ ਦਾ ਬਣਾਇਆ, ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਕਹਿੰਦੇ ਪਰਮੇਸ਼ਰ ਉਹਨਾਂ ਦੇ ਕੋਲ ਨਹੀਂ ਰਹਿੰਦਾ, ਉਹਨਾਂ ਦੇ ਅੰਗ ਸੰਗ ਪਰਮੇਸ਼ਰ ਨਹੀਂ ਹੈ। ਕਥਨ ਸੁਨਾਵਨ ਗੀਤ ਨੀਕੇ, ਗਾਵਨ ਮਨ ਮਹਿ ਧਰਤੇ ਗਾਰ। ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ। ਮਾਨ ਮੋਹ ਮੇਰ ਤੇਰ ਬਿਵਰਚਿਤ, ਇਹ ਮਾਰਗ ਖੰਡੇ ਤਾਰ। ਕਹੋ ਨਾਨਕ ਤਿਨ ਭਵ ਜਲ ਤਰਿ ਲੈ, ਪ੍ਰਭ ਕਿਰਪਾ ਸੰਤ ਸੰਗਾਰ। ਫਿਰ ਕਹਿੰਦੇ ਹੋਰ ਜੀਵ ਨੇ ਜਿਹੜੇ ਆਪ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਅਤੇ ਭਗਤੀ ਦੇ ਗੀਤ ਵੀ ਗਾਉਂਦੇ ਨੇ, ਪਰ ਮਨ ਦੇ ਵਿੱਚ ਹੰਕਾਰ ਆ, ਪਰਮੇਸ਼ਰ ਕਹਿੰਦੇ ਉਹਨਾਂ ਦੇ ਕੋਲ ਵੀ ਨਹੀਂ ਵਸਦਾ। ਫਿਰ ਕਹਿੰਦੇ ਦੂਜੇ ਜਿਹੜੇ ਪੜ੍ਹ ਲਿਖ ਕੇ ਬੜੇ ਆਪਣੇ ਆਪ 'ਚ ਸਿਆਣੇ ਬਣ ਗਏ, ਚਤੁਰ ਬਣ ਗਏ, ਚਾਹੇ ਉਹਨਾਂ ਨੂੰ ਮਤਲਬ ਮਿੱਠੀ ਬੋਲੀ ਬੋਲਣੀ ਆ ਗਈ, ਕਹਿੰਦੇ ਪਰ ਪਰਮੇਸ਼ਰ ਉਹਨਾਂ ਕੋਲ ਵੀ ਨਹੀਂ ਵਸਦਾ, ਕਿਉਂਕਿ ਉਹਨਾਂ ਦੇ ਅੰਦਰ ਵੀ ਹੰਕਾਰ ਆ ਗਿਆ। ਕਹਿੰਦੇ ਜਿਹੜਾ ਇਹ ਮਾਰਗ ਆ ਨਾ ਪਰਮੇਸ਼ਰ ਨੂੰ ਮਿਲਣ ਦਾ, ਇਹ ਮਾਰਗ ਖੰਡੇ ਧਾਰ, ਬੜਾ ਮੁਸ਼ਕਿਲ ਮਾਰਗ ਆ। ਖੰਡੇ ਨਾਲੋਂ, ਖੰਡੇ ਦੇ ਉੱਪਰ ਚੱਲਣਾ ਹੁੰਦਾ ਨਾ ਜਿਵੇਂ, ਇਹ ਉਹਦੇ ਨਾਲੋਂ ਵੀ ਮੁਸ਼ਕਿਲ ਆ। ਕਹਿੰਦੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਹੰਕਾਰ, ਮੋਹ, ਨਾਸ਼ਵਾਨ ਚੀਜ਼ਾਂ ਦਾ ਪਰਮੇਸ਼ਰ ਨੂੰ ਛੱਡ ਕੇ, ਮੇਰ ਤੇਰ, ਇਹਦੇ ਵਿੱਚ ਸਭ ਕੁਛ ਹੀ ਵਿਵਰਜਿਤ ਆ। ਹਰ ਇੱਕ ਚੀਜ਼ ਦਾ ਤਿਆਗ ਹੋਣਾ ਚਾਹੀਦਾ ਇੱਕ ਪਰਮੇਸ਼ਰ ਦੇ ਪ੍ਰੇਮ ਨੂੰ ਛੱਡ ਕੇ। ਕਹੋ ਨਾਨਕ ਤਿਨ ਭਵ ਜਲ ਤਰਿ ਲੈ, ਪ੍ਰਭ ਕਿਰਪਾ ਸੰਤ ਸਿੰਗਾਰ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੰਤਾਂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ, ਬਾਕੀ ਸਭ ਤਿਆਗ ਦਿੱਤਾ, ਸਿਰਫ ਇੰਨਾ ਕਿ ਮਤਲਬ ਦੁਨੀਆ ਨਾਲ ਸੰਬੰਧ ਰੱਖਿਆ ਜੋ ਜੀਵਨ ਲਈ ਜ਼ਰੂਰੀ ਆ, ਉਹਦੇ ਤੋਂ ਜ਼ਿਆਦਾ ਨਹੀਂ। ਉਹਨਾਂ ਨੇ ਕਹਿੰਦੇ ਇਹ ਸੰਸਾਰ ਸਾਗਰ ਤਰ ਲਿਆ, ਆਪਣਾ ਜਿਹੜਾ ਕਹਿੰਦੇ ਆਵਾਗਮਨ ਆ ਖਤਮ ਕਰ ਲਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓ ਰੀ ਊਚਾ, ਮੋਹਨ ਸਭ ਤੇ ਊਚਾ। ਆਨ ਨ ਸਮਸਰ ਕੋ ਲਾਗੇ, ਢੂੰਡ ਰਹੇ ਹਮ ਮੂਚਾ ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜਾ ਮੇਰਾ ਪਰਮਾਤਮਾ ਸਭ ਤੋਂ ਉੱਚਾ, ਕਹਿੰਦੇ ਮਨ ਨੂੰ ਮੋਹ ਲੈਣ ਵਾਲਾ, ਸਭ ਤੋਂ ਹੀ ਉੱਚਾ ਅਤੇ ਵੱਡਾ। ਕਹਿੰਦੇ ਸੰਸਾਰ ਦੇ ਵਿੱਚ ਬਹੁਤ ਲੱਭਿਆ, ਕਹਿੰਦੇ ਪਰ ਉਹਦੇ ਬਰਾਬਰ ਦਾ ਕੋਈ ਲੱਭਿਆ ਨਹੀਂ, ਕਹਿੰਦੇ ਜੋ ਉਹਦੀ ਬਰਾਬਰੀ ਕਰ ਸਕੇ। ਬਹੁ ਬੇਅੰਤ ਅਤ ਵੱਡੋ ਗਾਹਰੋ, ਥਾਹਾ ਨਹੀਂ ਅਗੂਚਾ। ਤੋਲ ਨ ਤੁਲੀਐ ਮੋਲ ਨ ਮੁਲੀਐ, ਕਤ ਪਾਈਐ ਮਨ ਰੂਚਾ। ਕਹਿੰਦੇ ਪਰਮਾਤਮਾ ਬੇਅੰਤ ਅਪਰੰਪਰ, ਕਹਿੰਦੇ ਬੜੇ, ਕਹਿੰਦੇ ਗੰਭੀਰ ਜਿਗਰੇ ਵਾਲਾ, ਬੜਾ ਡੂੰਘਾ, ਕਹਿੰਦੇ ਸਾਡੀ ਥਾਂ ਨਹੀਂ ਪਹੁੰਚ ਸਕਦੇ, ਅਸੀਂ ਉਹਦੇ ਤੱਕ ਪਹੁੰਚ ਨਹੀਂ ਸਕਦੇ, ਸਾਡੀ ਕਹਿੰਦੇ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ ਪਰਮੇਸ਼ਰ ਤੱਕ। ਉਹਦੇ ਬਰਾਬਰ ਦਾ ਕਹਿੰਦੇ ਤੁਲਣ ਦੇ ਵਿੱਚ ਕੋਈ ਹੋਰ ਹੈ ਨਹੀਂ ਹੈ। ਉਹਨੂੰ ਕਿਸੇ ਮੁੱਲ ਨਾਲ ਖਰੀਦਿਆ ਨਹੀਂ ਜਾ ਸਕਦਾ, ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਮੁੱਲ ਦੇ ਕੇ। ਕਹਿੰਦੇ ਕਿਵੇਂ ਪਾਈਏ, ਕਹਿੰਦੇ ਉਸ ਪਰਮੇਸ਼ਰ ਦੇ ਵਿੱਚ ਪ੍ਰੇਮ। ਖੋਜ ਅਸੰਖਾ ਅਨਿਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਕਹਿੰਦੇ ਅਸੰਖਾਂ ਲੋਕਾਂ ਨੇ ਉਹਦੀ ਖੋਜ ਕੀਤੀ ਆ, ਅਸੰਖਾਂ ਹੀ ਤਪ ਕੀਤੇ ਨੇ, ਅਨੇਕਾਂ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਦੁਨੀਆ ਨੇ, ਪਰ ਗੁਰੂ ਤੋਂ ਬਿਨਾਂ ਉਹਦੇ ਤੱਕ ਕੋਈ ਨਹੀਂ ਪਹੁੰਚ ਸਕਿਆ। ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪਹੁੰਚਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ 'ਤੇ ਪਰਮੇਸ਼ਰ ਨੇ ਆਪ ਕਿਰਪਾ ਕਰ ਦਿੱਤੀ, ਕਹਿੰਦੇ ਉਹ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਹੀ ਉਹਨੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖਿਆ ਹੈ। ਕਹਿੰਦੇ
ਵਾਹਿਗੁਰੂ ਜੀ, ਵਾਹਿਗੁਰੂ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਮੈਂ ਬਹੁ ਬਿਦ ਪੇਖਿਓ ਦੂਜਾ ਨਾਹੀ ਰੀ ਕੋਊ। ਖੰਡ ਦੀਪ ਸਭ ਪੀਤਰ ਰਵਿਆ ਪੂਰ ਰਿਹਾ ਸਭ ਲੋਊ ਰਹਾਓ। ਕਹਿੰਦੇ ਮੈਂ ਬਹੁਤ ਤਰੀਕਿਆਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਆ, ਪਰ ਉਹਦੇ ਬਰਾਬਰ ਦਾ ਕੋਈ ਦੂਜਾ ਹੈ ਨਹੀਂ ਗਾ। ਸਾਰੇ ਸੰਸਾਰ ਦੇ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਆਂ ਹਰ ਇੱਕ ਜਗ੍ਹਾ 'ਤੇ ਕਹਿੰਦੇ ਉਹ ਸਭ ਜਗ੍ਹਾ 'ਤੇ ਵਿਆਪਕ ਹੈ। ਕੋਈ ਜਗ੍ਹਾ ਇੱਦਾਂ ਦੀ ਨਹੀਂ ਜਿੱਥੇ ਪਰਮੇਸ਼ਰ ਹੈ ਨਹੀਂ ਵਿਆਪਕ, ਹਰ ਇੱਕ ਥਾਂ 'ਤੇ ਹੈ। ਅਗੰਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਨ ਸੋਊ। ਕਹਿੰਦੇ ਸਾਡੀ ਪਹੁੰਚ ਉਸ ਪਰਮੇਸ਼ਰ ਤੱਕ ਨਹੀਂ ਹੋ ਸਕਦੀ। ਕਹਿੰਦੇ ਉਹਦੀ ਕਿਵੇਂ ਵਡਿਆਈ ਕਰੀਏ, ਅਸੀਂ ਉਹਦੀ ਵਡਿਆਈ ਕਰਨ ਦੇ ਵੀ ਸਮਰੱਥ ਨਹੀਂ ਹਾਂ, ਪੂਰੀ ਵਡਿਆਈ ਬਿਆਨ ਨਹੀਂ ਕਰ ਸਕਦੇ। ਪਰ ਕਹਿੰਦੇ ਉਹਦੀ ਸ਼ੋਭਾ ਕਰਕੇ, ਉਹਦੀ ਸ਼ੋਭਾ ਸੁਣ ਕੇ ਕਹਿੰਦੇ ਮੈਨੂੰ ਆਤਮਿਕ ਜੀਵਨ ਮਿਲਦਾ। ਚਾਰ ਆਸ਼ਰਮ ਚਾਰ ਵਰਨਾ ਮੁਕਤ ਪਏ ਸੇਵਤੋ। ਚਾਰੇ ਆਸ਼ਰਮ ਚਾਰੇ ਵਰਨਾਂ ਦੇ ਲੋਕ ਕਹਿੰਦੇ ਉਹਦੀ ਸੇਵਾ ਭਗਤੀ ਕਰਕੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਨੇ। ਗੁਰ ਸ਼ਬਦ ਦਿਰੜਾਇਆ ਪਰਮ ਪਦ ਪਾਇਆ ਦੁਤੀਆ ਗਏ ਸੁਖ ਹੋਊ। ਕਹੋ ਨਾਨਕ ਪਵ ਸਾਗਰ ਤਰਿਆ ਹਰ ਨਿਧ ਪਾਈ ਸਹਿਜੋ। ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਨੇ ਸ਼ਬਦ ਦਿਰੜਾ ਕਰ ਦਿੱਤਾ, ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਦਿਰੜਾ ਦਿੱਤਾ ਗੁਰੂ ਨੇ, ਉਸ ਜੀਵ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਈ। ਉਹਨੇ ਦੁਤੀਆ ਭਾਗ ਗਵਾ ਦਿੱਤਾ। ਉਹਨੂੰ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੇ ਨਾਲ ਉਹਦਾ ਕੋਈ ਸੰਬੰਧ ਨਹੀਂ ਰਹਿ ਗਿਆ। ਉਸ ਜੀਵ ਨੇ ਸਭ ਤੋਂ ਉੱਚੀ ਅਵਸਥਾ ਪਾ ਲਈ ਅਤੇ ਉਹਨੂੰ ਹੀ ਸੁੱਖ ਆਨੰਦ ਮਿਲਿਆ। ਉਹਨੇ ਕਹਿੰਦੇ ਇਹ ਸੰਸਾਰ ਦਾ ਭਵਜਲ ਤਰ ਲਿਆ, ਸੰਸਾਰ ਸਾਗਰ ਤੋਂ ਤਰ ਗਿਆ, ਪਰਮੇਸ਼ਰ ਦਾ ਨਾਮ ਖਜ਼ਾਨਾ ਪਾ ਲਿਆ ਅਤੇ ਅਡੋਲਤਾ ਵਿੱਚ ਟਿਕ ਗਿਆ, ਸਹਿਜ ਵਿੱਚ ਟਿਕ ਗਿਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।